पोहिप सुगंधा परस मनुख देह मलीनं मज्झा रुधर दुर्गंधा नानक अथ गर्वेन अज्ञाननो परमाणु परजंते आकाश है दीप लो से खंडन गशेन नैन पारेन नानक बिना साधु ना सिद्ध्याते परमाणु परजंते आकाश है दीप लो से खंडन गशेन नैन पारेन नानक बिना साधु ना सिद्ध्याते। सतनाम श्री वाहिगुरु साहिब जीओ। श्लोक महला तीजा। अमर बेपरवाहो है तिस नाल सियानप ना चलई ना हुज्जत करनी जाए। आप छोड़ सरनाए पवै मन लए रजाए। गुरमुख जम डंड न लगई हमै बिचों जाए। नानक सेवक सोई आखियै जे सच रह लिव लाए। अमर बेपरवाहो है तिस नाल सियानप ना चलई ना हुज्जत करनी जाए। वाहिगुरु जी का खालसा वाहिगुरु जी की फतेह। पतत पावन करना निधान अंतरजामी भगत वत्सल दीना बंधु याहरा जहूर हाजरा हजूर करोड़ां खंडा ब्रह्मंडां दे मालक जगत गुरु वाणी के वोहित चबर तख्त दे मालक गुरु ग्रंथ साहब महाराज जी दी अपार किरपा बख्शिश रहमत दा सदका जाको भय कृपाल प्रभ हर हर सई जपात। नानक प्रीत लगी तिन राम स्यों भेटत साध संगात। अमृतमयी पावन पवित्र गुरबाणी दी व्याख्या जो विचार साहिब श्री गुरु ग्रंथ साहब महाराज गरीब नवाज जी ने जिस नूं जिन्नी जिन्नी क बुद्धि दिती है आप अपनी बुद्ध है जेती वर्णत भिन्न भिन्न तुहे तेती। गुरबाणी व्याख्या तो पहला गुरमुख प्यारिਆਂ ਦੀ रसना तो रब्बी बाणी दा अलाही कीर्तन आप संगतां सरवण कर रहीआं सी। साहिब श्री गुरु ग्रंथ साहब महाराज जी दे बाणी जो शब्द दे डूंघे भेद जिस दे मतलक गुरदेव जी दे पावन पवित्र बचन के गाथा गुंफ गोपाल कथं मथंग मान मर्द हैं। गुर शब्द दी जिसनूं समझ आ जावे जिसनूं अर्थां दा बोध हो जावे गुरबाणी दे मुताबक फिर ये जीव अपना जीवन ढाल लवे।
ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਨਿੰਦਾ ਚੁਗਲੀ ਈਰਖਾ ਜੈਰਸ ਬਿਤਕਰਾ ਦੁਬਦਾ ਸ਼ੰਕਾ ਡਰ ਤੇ ਭਰਮ ਤੇ ਭੁਲੇਖਾ ਮਨੁੱਖ ਦੀ ਆਪਣੀ ਸਿਆਣਪ ਤੇ ਚਤਰਾਈ ਸਭ ਖਤਮ ਹੋ ਜਾਂਦੀ ਹੈ। ਜਿਸ ਤਰ੍ਹਾਂ ਪਿਆਸੇ ਨੂੰ ਪਾਣੀ ਦੀ ਪ੍ਰਾਪਤੀ ਹੋ ਜਾਵੇ, ਜਲ ਮਿਲ ਜਾਵੇ, ਜੈਸੇ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਛੇਤੀ ਕਾਜ, ਜਲ ਬਿਨ ਸਾਖ ਕੋ ਮਿਲਾਵਤੀ ਉਪਜੈ ਨਾਹੀ ਦਾਮ। ਜੋ ਸਿੱਖਿਆ ਹੈ, ਜੋ ਵਿਚਾਰ ਹੈ, ਉਹ ਮਨੁੱਖ ਦੇ ਵਾਸਤੇ, ਪਰ ਗੁਰਦੇਵ ਜੀ ਨੇ ਬਨਾਸਪਤੀ ਦਾ ਪ੍ਰਮਾਣ ਦਿੱਤਾ, ਬਨਾਸਪਤੀ ਦੀ ਉਦਾਹਰਨ ਦਿੱਤੀ ਵੀ ਜੇ ਤੈਨੂੰ ਆਪਣੇ ਜੀਵਨ ਬਾਰੇ ਕੁਝ ਬੋਧ ਨਹੀਂ ਹੋ ਰਿਹਾ, ਤੇਰਾ ਜੀਵਨ ਇੰਨੀ ਕੁ ਬੇਹੋਸ਼ੀ 'ਚ ਲੰਘ ਰਿਹਾ ਕਿ ਤੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੇਰਾ ਜੀਵਨ ਕੀ ਹੈ, ਕਿਸ ਵਾਸਤੇ ਪਰਮਾਤਮਾ ਨੇ ਮੈਨੂੰ ਇਹ ਮਨੁੱਖ ਦੇਹੀ ਪ੍ਰਾਪਤ ਕਰਵਾਈ ਹੈ, ਤੇ ਮੇਰੇ ਪਿਛਲੇ ਜਨਮਾਂ ਦਾ ਹਵਾਲਾ ਦੇ ਕੇ ਜੇ ਨਾਮ ਸਿਮਰਨ ਚਿੰਤਨ ਨਾ ਕੀਤਾ, ਫਿਰ ਅਗਲਾ ਵੀ ਰਿਜ਼ਲਟ ਦੱਸ ਕੇ ਗੁਰਦੇਵ ਮਹਾਰਾਜ ਜੀ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ ਵੀ ਅਜੇ ਵੀ ਕੁਛ ਜਾਗ ਲੈ, ਸੁੱਤਾ ਹੋਇਆ ਜਨਮਾਂ ਜਨਮਾਂਤਰਾਂ ਤੋਂ ਅਗਿਆਨਤਾ ਤੇ ਅਵਿਦਿਆ ਦੀ ਨੀਂਦ 'ਚੋਂ ਜੇ ਤੇਰੀ ਅੱਖ ਖੁੱਲ੍ਹ ਜਾਏ, ਫਿਰ ਤੈਨੂੰ ਕੁਝ ਸਮਝ ਲੱਗ ਸਕਦੀ ਹੈ। ਪਰ ਸ਼ਰਤ ਇੱਕ ਹੈ ਵੀ ਜੀਵ ਸਮਝਣਾ ਚਾਹਵੇ ਆਪਣੇ ਆਪ ਨੂੰ, ਜੀਵ ਸਮਝਣਾ ਚਾਹਵੇ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਨੂੰ। ਇਹ ਜੀਵ ਸੁਹਿਰਦੇ ਤੋਂ ਇਸ ਗੱਲ ਦੀ ਪਿਆਸ ਤੇ ਭੁੱਖ ਤੜਫ ਤਾਂ ਪੈਦਾ ਕਰੇ ਵੀ ਮੈਂ ਜੂਨਾਂ 'ਚ ਨਹੀਂ ਆਉਣਾ ਚਾਹੁੰਦਾ, ਤੇ ਮੇਰੇ ਤੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਵੇ। ਜਿੰਨਾ ਚਿਰ ਅੰਦਰ ਪਿਆਸ ਨਹੀਂ ਜਗਦੀ, ਅੰਦਰ ਤੜਫ ਪੈਦਾ ਨਹੀਂ ਹੁੰਦੀ, ਪਰਮਾਤਮਾ ਦੇ ਨਾਮ ਸਿਮਰਨ ਭਜਨ ਬੰਦਗੀ ਸਤ ਸੰਗਤ ਦੀ ਭੁੱਖ ਨਹੀਂ ਇਸ ਦੇ ਹਿਰਦੇ 'ਚ ਲੱਗਦੀ, ਉਨਾ ਚਿਰ ਰੰਗ ਪਰਮਾਤਮਾ ਦਾ, ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਦੀ ਬਾਣੀ ਕਥਾ ਵਿਚਾਰ ਦਾ, ਗੁਰਬਾਣੀ ਕੀਰਤਨ ਦਾ ਰੰਗ ਚੜ੍ਹ ਨਹੀਂ ਸਕਦਾ। ਉਸ ਦਾ ਵੀ ਕਾਰਨ ਦੱਸਿਆ ਵੀ ਰੰਗ ਚੜ੍ਹਦਾ ਕਿਉਂ ਨਹੀਂ। ਜਿਸ ਤਰ੍ਹਾਂ ਲਲਾਰੀ ਦੇ ਪਾਸ ਅਸੀਂ ਕੱਪੜਾ ਲੈ ਕਰਕੇ ਜਾਈਏ, ਪਰ ਉਸ ਕੱਪੜੇ 'ਤੇ ਪਹਿਲਾਂ ਹੀ ਕੋਈ ਗੂੜਾ ਰੰਗ ਹੋਵੇ ਤੇ ਲਲਾਰੀ ਜਵਾਬ ਦੇ ਦੇਵੇਗਾ। ਲਲਾਰੀ ਨੇ ਉਸ ਕੱਪੜੇ ਨੂੰ ਤੁਹਾਡੇ ਹੱਥੋਂ ਪਕੜਨਾ ਤੇ ਜੋ ਚਿੱਟਾ ਹੋਵੇਗਾ, ਜਿਹਦੇ 'ਤੇ ਰੰਗ ਚੜ੍ਹ ਸਕਦਾ ਹੋਵੇਗਾ, ਫਿਰ ਉਹ ਕਹੇਗਾ ਵੀ ਠੀਕ ਹੈ, ਵੀ ਦੱਸ ਕਿਹੜਾ ਰੰਗ ਚਾੜਨਾ, ਇੰਨੇ ਸਮੇਂ ਤੋਂ ਬਾਅਦ ਇੰਨੀ ਕੀਮਤ ਦੇ ਕੇ ਆਪਣਾ ਕੱਪੜਾ ਲੈ ਜੀ। ਧਿਆਨ ਦੇਣਾ, ਕਿਉਂਕਿ ਕਥਾ ਬਹੁਤ ਹੀ ਇੱਕ ਗੰਭੀਰ ਵਿਸ਼ਾ, ਗੁਰ ਸ਼ਬਦ ਨੂੰ ਸਮਝਣ ਵਾਸਤੇ ਬਹੁਤ ਵੱਡੀ ਇਕਾਗਰਤਾ ਦੀ ਜ਼ਰੂਰਤ ਹੈ। ਇਹ ਰੌਲੇ ਘਚੋਲੇ ਦੇ ਵਿੱਚ ਬਿਰਤੀ ਦਾ ਖੰਡਾਓ ਜਿੱਥੇ ਬਣਿਆ, ਉਸ ਬਿਰਤੀ ਨੂੰ ਸ਼ਬਦ ਦੀ ਸਮਝ ਆ ਨਹੀਂ ਸਕਦੀ, ਭਾਵੇਂ ਉਹ ਲੱਖ ਸ਼ਬਦ ਨੂੰ ਸੁਣੇ, ਪੜ੍ਹੇ, ਪੜ੍ਹਾਵੇ, ਵਿਚਾਰੇ, ਪਰ ਜਿੰਨਾ ਚਿਰ ਬਿਰਤੀ ਇਕਾਗਰ ਨਹੀਂ ਤੇ ਇਹ ਜੀਵ ਤਿਆਰ ਨਹੀਂ ਸਮਝਣ ਵਾਸਤੇ, ਉਨਾ ਚਿਰ ਪਰਮਾਤਮਾ ਦੀ ਸਮਝ ਨਹੀਂ ਆ ਸਕਦੀ। ਸੰਸਾਰ ਦੀ ਤਾਂ ਸਮਝ ਬਣੀ ਬਣਾਈ ਹੈ, ਸੰਸਾਰ ਨੂੰ ਸਮਝਣ ਵਾਸਤੇ ਕੁਛ ਮਿਹਨਤ ਨਹੀਂ ਕਰਨੀ ਪੈਂਦੀ। ਸਾਨੂੰ ਬੱਚੀ ਨੂੰ ਕੁਝ ਜ਼ਿਆਦਾ ਸਿਖਾਲਣਾ ਨਹੀਂ ਪੈਂਦਾ ਸੰਸਾਰ ਦੇ ਪ੍ਰਤੀ, ਵੀ ਅਸੀਂ ਤੇਰੀ ਮਾਤਾ ਆਂ ਤੇ ਮੈਂ ਤੇਰਾ ਪਿਤਾ ਆਂ, ਇਹ ਤੇਰੇ ਭਰਾ ਆ, ਇਹ ਤੇਰੀਆਂ ਭੈਣਾਂ ਆ, ਇਹ ਆਪਣਾ ਘਰ ਹੈ, ਇਹ ਆਪਣਾ ਪਿੰਡ ਹੈ, ਸ਼ਹਿਰ ਹੈ, ਦੇਸ਼ ਹੈ, ਬਰਾਦਰੀ ਹੈ, ਕੁੱਲ ਖਾਨਦਾਨ ਹੈ। ਬਹੁਤਾ ਨਹੀਂ ਸਮਝਾਉਣਾ ਪੈਂਦਾ।
ਔਰ ਸਾਰੀ ਜ਼ਿੰਦਗੀ ਇਹ ਬੱਚਾ ਬੱਚੀ ਦੇ ਮਨ ਦੇ ਉੱਤੇ ਇਹ ਰੰਗ ਚੜ੍ਹ ਜਾਂਦਾ ਔਰ ਉਤਰਦਾ ਨਹੀਂ ਪੂਰੀ ਜ਼ਿੰਦਗੀ। ਕੇਵਲ ਤੇ ਕੇਵਲ ਪਰਮੇਸ਼ਰ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗਣ ਵਾਸਤੇ ਸਖਤ ਮਿਹਨਤ ਕਰਨੀ ਪੈਂਦੀ ਹੈ। ਤੇ ਇਸ ਦੇ ਮਤਲਕ ਜਿੱਥੇ ਭਾਈ ਗੁਰਦਾਸ ਜੀ ਨੇ ਇਹ ਗੱਲ ਆਖੀ ਵੀ ਗੁਰਸਿੱਖੀ ਬਾਰੀਕ ਹੈ, ਇਹ ਬਹੁਤ ਬਾਰੀਕ ਵਿਸ਼ਾ ਹੈ, ਤਤ ਬੁੱਧੀ ਦਾ ਵਿਸ਼ਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਵੀ ਖੰਨਿਓਂ ਤਿੱਖੀ ਬਾਲਹੋਂ ਨਿੱਕੀ ਏਤ ਮਾਰਗ ਜਾਣਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਥੜ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਰ ਜੀਵ ਆਪਣੀ ਆਦਤ ਤੋਂ ਮਜਬੂਰ ਹੈ। ਜੇ ਕੀਰਤਨ ਹੋ ਰਿਹਾ ਤਾਂ ਵੀ ਬਹੁਤ ਐਸੇ ਪ੍ਰੇਮੀ ਜੋ ਗੱਲਾਂ ਬਾਤਾਂ ਕਰਦੇ ਹੀ ਰਹਿੰਦੇ ਹੈ, ਤੇ ਜਦੋਂ ਕਥਾ ਚੱਲਦੀ ਹੈ ਪਤਾ ਵੀ ਹੋਰ ਕੋਈ ਆਵਾਜ਼ ਨਹੀਂ ਆ ਰਹੀ, ਗੁਰਬਾਣੀ ਦੀ ਹੈ ਤੇ ਗੁਰਬਾਣੀ ਦੀ ਵਿਚਾਰਦੀ ਹੈ। ਉਹਨਾਂ ਨੂੰ ਵੀ ਪਤਾ ਵੀ ਮੇਰੀ ਆਵਾਜ਼ ਪੂਰੇ ਹਾਲ 'ਚ ਜਾ ਰਹੀ ਹੈ, ਪਰ ਫਿਰ ਵੀ ਉਹ ਬੋਲਦੇ ਜਾ ਰਹੇ ਹੈ। ਪਤਾ ਨਹੀਂ ਉਹਨਾਂ ਨੇ ਕੀ ਸਮਝਿਆ ਵੀ ਮੈਂ ਕਿੱਥੇ ਆਇਆ, ਇਹ ਕੀ ਮੈਂ ਸੁਣ ਰਿਹਾ, ਕਿਹਦਾ ਦਰ ਹੈ, ਇਹ ਸਤ ਸੰਗਤ ਹੈ, ਕਿੰਨੇ ਪ੍ਰੇਮੀ ਸੁਣ ਰਹੇ ਆ, ਉਸ ਦਾ ਇੱਧਰ ਧਿਆਨ ਹੀ ਨਹੀਂ, ਕਿਉਂਕਿ ਹੈਬਿਟ ਹੈ, ਆਦਤ ਹੈ, ਰੂਟੀਨ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜੋ ਸਮਝਣ ਵਾਸਤੇ ਆਉਂਦੇ ਹੈ, ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਸਾਰੀਆਂ ਗੱਲਾਂ ਬਾਤਾਂ ਤੇ ਵਿਚਾਰਾਂ ਤੋਂ ਸਰਮੋਰ ਵਿਚਾਰ ਹੈ ਪਰਮਾਤਮਾ ਦੀ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ। ਜੇ ਤਾਂ ਮੈਂ ਕੁਝ ਆਪਣਾ ਜੀਵਨ ਤੁਹਾਨੂੰ ਸੁਣਾਵਾਂ ਤੇ ਗੱਲਾਂ ਬਾਤਾਂ ਕਰੋ, ਚੰਗਾ ਵੀ ਲੱਗਦਾ, ਤੇ ਕੀ ਕਰਨਾ ਇਸ ਮਨੁੱਖ ਦਾ ਜੀਵਨ ਸੁਣ ਕੇ। ਤੇ ਜੇ ਤੁਹਾਨੂੰ ਪਰਮ ਪਿਤਾ ਅਕਾਲ ਪੁਰਖ ਪਰਮੇਸ਼ਰ ਦੀ ਜੋ ਰੱਬੀ ਵਿਚਾਰ ਹੈ, ਪਾਵਨ ਪਿੱਤਰ ਗੁਰਬਾਣੀ ਦੀ ਵਿਆਖਿਆ ਹੈ, ਜਿਸ ਨੂੰ ਸੁਣ ਕਰਕੇ ਸਾਨੂੰ ਜੀਵਨ ਜਾਚ ਪ੍ਰਾਪਤ ਹੋ ਸਕਦੀ ਹੈ, ਤੇ ਸਾਡਾ ਫਰਜ਼ ਬਣਦਾ ਕਮ ਸੇ ਕਮ ਜਦੋਂ ਅਸੀਂ ਸਤਸੰਗਤ ਦੇ ਵਿੱਚ ਬੈਠੇ ਹੋਈਏ, ਉਦੋਂ ਤਾਂ ਅਸੀਂ ਨਾ ਗੱਲਾਂ ਬਾਤਾਂ ਕਰੀਏ। ਉਦੋਂ ਸਾਡਾ ਫਰਜ਼ ਬਣਦਾ ਕਿ ਅਸੀਂ ਰੱਬੀ ਬਾਣੀ ਤੇ ਰੱਬੀ ਬਾਣੀ ਦੀ ਵਿਚਾਰ ਸਰਵਣ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਮੈਂ ਬੇਨਤੀ ਕਰ ਰਿਹਾ ਸੀ ਕਿ ਸੰਸਾਰ ਦਾ ਰੰਗ ਤਾਂ ਜੀਵ ਤੇ ਚੜ੍ਹਿਆ ਹੀ ਚੜ੍ਹਿਆ ਹੈ, ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਸੰਸਾਰ ਦੇ ਰੰਗ ਕਰਕੇ ਹੀ ਇਸ ਦਾ ਜਨਮ ਹੋ ਰਿਹਾ, ਫਿਰ ਮੌਤ ਹੁੰਦੀ, ਮੁੜ ਕੇ ਫਿਰ ਜਨਮ ਹੋ ਰਿਹਾ। ਇਹ ਇਸ ਕਾਰਾਗ੍ਰਹਿ ਦੇ ਵਿੱਚ ਤੇ ਜਮਾਂ ਦੀ ਫਾਈ ਇਹਦੇ ਗਲ 'ਚ 84 ਲੱਖ ਜੂਨਾਂ ਦੀ ਮਾਲਾ ਇਸ ਜੀਵ ਦੇ ਗਲ 'ਚ ਪਈ ਹੀ ਹੈ। ਆਪਣੇ ਆਪਣੇ ਕਰਮਾਂ ਦੇ ਅਨੁਸਾਰ ਇਹ ਜੂਨਾਂ ਬਦਲ ਰਿਹਾ। ਪਰ ਗੁਰੂ ਨਾਨਕ ਮਹਾਰਾਜ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ, ਹੈ ਜੀਵ ਜੋ ਜੋ ਜੂਨੀ ਆਇਓ ਤਹਿ ਤਹਿ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ। ਇਹ ਜਿਹੜੀ ਵੀ ਤੂੰ ਜੂਨ ਦੇ ਵਿੱਚ ਆਇਆ, ਤੂੰ ਆਪ ਹੁਦਰੀਆਂ ਕਰਦਾ ਰਿਹਾ, ਦੁੱਖ ਤਕਲੀਫ ਤੂੰ ਪਾਈ, ਤੇਰਾ ਪਰਿਵਾਰ ਭੁੱਖ ਪਿਆਸ ਖਾਂਦਾ ਪੀਂਦਾ ਸੌਂਦਾ ਜਾਗਦਾ ਵੀ ਤੂੰ ਰਿਹਾ। ਪਰ ਜੋ ਮਨੁੱਖ ਜਾਮਾ ਪ੍ਰਾਪਤ ਹੋਇਆ, ਇਹ ਇੱਕ ਐਸਾ ਚਾਂਸ ਹੈ ਤੈਨੂੰ ਮਿਲਿਆ ਵੀ ਤੂੰ 84 ਕੱਟ ਸਕਦਾ, ਪਰਮਾਤਮਾ ਦੇ ਨਾਲ ਇੱਕਮਿਕ ਹੋ ਸਕਦਾ, ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਉਸ ਦੇ ਵਾਸਤੇ ਜ਼ਰੂਰੀ ਹੈ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ, ਜਪੋ ਤਾ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਇਹ ਸਤਿਗੁਰਾਂ ਦੇ ਬਚਨ ਹੈ ਵੀ ਕਿਸ ਤਰ੍ਹਾਂ ਨਾਮ ਦਾ ਰੰਗ ਚੜ੍ਹ ਸਕਦਾ, ਗੁਰਬਾਣੀ ਦੀ ਸਮਝ ਤੈਨੂੰ ਕਿਸ ਤਰ੍ਹਾਂ ਲੱਗ ਸਕਦੀ ਹੈ। ਸ਼ਬਦ ਦੇ ਡੂੰਘੇ ਤੇ ਗੁੱਝੇ ਭੇਦ
ਤੂੰ ਕਿਵੇਂ ਸਮਝ ਸਕਦਾ, ਤੇਰੀ ਬੁੱਧੀ ਕਿਵੇਂ ਪਕੜ ਸਕਦੀ ਹੈ, ਉਸ ਦੇ ਵਾਸਤੇ ਤੈਨੂੰ ਇਕਾਗਰਤਾ ਬਣਾਉਣੀ ਹੀ ਪਵੇਗੀ, ਪ੍ਰਯਾਸ ਤੇ ਸਾਧਨਾ ਤੈਨੂੰ ਕਰਨੀ ਹੀ ਪਵੇਗੀ। ਆਪਣੇ ਮਨ ਤੇ ਹਿਰਦੇ ਦੇ ਵਿੱਚ ਜੋ ਅੱਲ੍ਹ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹੋ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਇਹ ਮਨੁੱਖ ਤਾਂ ਬਾਖੂਬੀ ਦੱਸਦਾ ਕਿ ਮੈਂ ਸੁਖੀ ਨਹੀਂ, ਕਿਸੇ ਨਾ ਕਿਸੇ ਕਾਰਨ, ਕਿਸੇ ਨਾ ਕਿਸੇ ਦ੍ਰਿਸ਼ਟੀਕੋਣ ਤੋਂ, ਤੇ ਮੈਨੂੰ ਦੁੱਖ ਚਿੰਬੜੇ ਜਾਂਦਾ, ਮੈਨੂੰ ਸੁੱਖ ਚੈਨ ਪ੍ਰਾਪਤ ਨਹੀਂ ਹੁੰਦਾ। ਪਰ ਜਿਸ ਰਸਤੇ 'ਤੇ ਚੱਲਿਆਂ ਸੁੱਖ ਚੈਨ ਦੀ ਪ੍ਰਾਪਤੀ ਹੁੰਦੀ ਹੈ, ਉਸ ਰਸਤੇ ਦੇ ਅਸੀਂ ਰਾਹੀ ਬਣਨ ਵਾਸਤੇ ਰਾਜੀ ਨਹੀਂ। ਗੁਰਦੇਵ ਜੀ ਦੇ ਬਚਨ ਸੁਣਨ ਵਾਸਤੇ ਰਾਜੀ ਨਹੀਂ, ਸਮਝਣਾ ਤਾਂ ਦੂਰ ਦੀ ਗੱਲ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਿਆਰਿਓ ਕਿਰਪਾ ਕਰਦੇ ਵੇ ਤੇਰੇ ਜਨਮਾਂ ਜਨਮਾਂਤਰਾਂ ਨਰਕਾਂ ਦੀ, ਜਮਾਂ ਦੀ ਤੇ ਦੁੱਖ ਤਸੀਹੇ ਸਜ਼ਾ ਦਾ ਜੋ ਤੇਰੇ ਮਨ ਦੇ ਵਿੱਚ ਵੱਡਾ ਡਰ ਬਣਿਆ ਹੋਇਆ ਜਨਮਾਂ ਜਨਮਾਂਤਰਾਂ ਤੋਂ, ਇਹ ਚੱਕਿਆ ਜਾਵੇਗਾ, ਖਤਮ ਹੋ ਜਾਵੇਗਾ ਜਦੋਂ ਤੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਜਾਵਾਂਗਾ। ਹੁਣ ਕਿੰਨੇ ਸਪਸ਼ਟ ਬਚਨ ਹੈ ਕਿ ਏਕ ਚਿਤ ਜਹ ਇੱਕ ਛਿਨ ਧਿਆਇਓ, ਕਲਗੀਧਰ ਮਹਾਰਾਜ ਦੇ ਬਚਨ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਗਤ ਕਬੀਰ ਜੀ ਦੇ ਉਹੀ ਬਚਨ ਕਿ ਕਬੀਰ ਏਕ ਖੜੀ ਆਦਿ ਖੜੀ ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਰੇ ਮਨ ਰਾਮ ਸਿਉ ਕਰ ਪ੍ਰੀਤ, ਕਿਉਂ ਆਖਿਆ ਵੇ ਪਰਮਾਤਮਾ ਰਮੇ ਹੋਏ ਰਾਮ ਦੇ ਚਰਨਾਂ ਦੇ ਨਾਲ ਪ੍ਰੀਤੀ ਕਰ, ਕਿਉਂਕਿ ਵੀ ਜਿਹੜੀ ਤੂੰ ਪ੍ਰੀਤੀ ਸੰਸਾਰ ਦੇ ਨਾਲ ਕਰ ਰਿਹਾ, ਮੋਹ ਮਮਤਾ ਕਰਕੇ ਪਰਿਵਾਰ ਤੇ ਆਪਣੇ ਸਰੀਰ ਦੇ ਨਾਲ ਕਰ ਰਿਹਾ, ਪਦਾਰਥਾਂ ਤੇ ਵਸਤੂਆਂ ਦੇ ਨਾਲ ਕਰ ਰਿਹਾ, ਐਸੀ ਹੀ ਪ੍ਰੀਤੀ ਤੂੰ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਬਣਾ, ਤੇਰਾ ਭਲਾ ਹੋ ਜੂ, ਤੇਰਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪਨੀਤ। ਹੁਣ ਕਿੰਨੇ ਸਪਸ਼ਟ ਸ਼ਬਦ ਹਨ ਵੇ ਤੂੰ ਪਤਤ ਤੋਂ ਪਵਿੱਤਰ ਹੋ ਜਾਵੇਂਗਾ ਜਦੋਂ ਤੂੰ ਹਰ ਰੋਜ਼ ਸਤਸੰਗਤ ਕਥਾ ਕੀਰਤਨ ਨਿਤਨੇਮ ਸਿਮਰਨ ਸਾਧਨਾ ਕਰੇਗਾ। ਅੱਜ ਥੋੜ੍ਹੀ ਜਿਹੀ ਇਕਾਗਰਤਾ ਬਣੀ, ਕੀਰਤਨ ਕਥਾ ਗੁਰਬਾਣੀ ਦਾ ਨਿਤਨੇਮ ਦਾ ਸਿਮਰਨ ਦਾ ਰਸ ਬਣਿਆ, ਲਗਾਤਾਰ ਪ੍ਰਯਾਸ ਇਹ ਗੁਰਸਿੱਖ ਕਰਦਾ ਰਹੇਗਾ, ਇਕਾਗਰਤਾ ਵੱਧਦੀ ਜਾਵੇਗੀ। ਤੇ ਜਦੋਂ ਅੰਦਰ ਤੜਫ ਵੀ ਵੱਧਦੀ ਜਾਊਗੀ, ਅਰਦਾਸਾਂ ਬੇਨਤੀਆਂ ਹੁੰਦੀਆਂ ਰਹਿਣਗੀਆਂ, ਸਤਸੰਗਤ ਹੁੰਦੀ ਰਹੇਗੀ, ਫਿਰ ਐਸੀ ਅਵਸਥਾ ਆਪੇ ਹੀ ਬਣ ਜਾਵੇਗੀ। ਤੈਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ, ਜੋ ਕੁਛ ਤੂੰ ਕਰ ਰਿਹਾ, ਤੈਨੂੰ ਕੁਝ ਸਮਾਂ ਰਸ ਆਇਆ ਨਾ, ਆਨੰਦ ਆਇਆ ਨਾ, ਕੁਝ ਨਾ ਕੁਝ ਤਾਂ ਮਨ ਨੂੰ ਚੈਨ ਮਿਲੀ ਨਾ। ਜਦੋਂ ਮਨ ਸੁਖ ਇਹ ਵਾਅਦਾ ਕਰਕੇ ਲਾਹੌਰ ਤੋਂ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਨ ਸੁਲਤਾਨਪੁਰ ਆਇਆ, ਕਹਿੰਦਾ ਤਾਂ ਮੈਂ ਜਾਣੂੰਗਾ ਕਿ ਉਹ ਕਲਯੁਗ ਦੇ ਅਵਤਾਰ ਪਰਮੇਸ਼ਰ ਸਰੂਪ ਹੈ, ਜਦੋਂ ਮੇਰਾ ਨਾਂ ਲੈ ਕੇ ਮੈਨੂੰ ਮਿਲਾਉਣਗੇ ਬੁਲਾਉਣਗੇ। ਭਾਈ ਭਗੀਰਥ ਕਹਿੰਦਾ ਕੋਈ ਗੱਲ ਨਹੀਂ, ਚੱਲ ਉਹ ਤਾਂ ਜਾਣੀ ਜਾਣ ਹੈ, ਹਰ ਇੱਕ ਦੇ ਦਿਲ ਦੀ ਗੱਲ ਨੂੰ ਜਾਣਦੇ ਆ। ਤੇ ਜਦੋਂ ਗੁਰਮੁਖ ਪਿਆਰਿਓ ਭਾਈ ਭਗੀਰਥ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ ਤੇ ਮਗਰੇ ਹੀ ਮਨ ਸੁਖ ਤੁਰਿਆ ਸੀ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਕੇਵਲ ਤੇਰਾ ਨਾਮ ਹੀ ਸੀ ਕਿ ਮਨ ਸੁਖ, ਪਰ ਤੇਰਾ ਮਨ ਸੁਖੀ ਨਹੀਂ ਸੀ ਤੇ ਦੁਖੀ ਹੀ ਤੂੰ ਰਹਿੰਦਾ ਸੀ। ਭਾਵੇਂ ਤੇਰਾ ਲਾਹੌਰ 'ਚ ਬਹੁਤ ਵੱਡਾ ਕਾਰੋਬਾਰ ਹੈ, ਬਹੁਤ ਵੱਡਾ ਵਪਾਰ ਹੈ, ਤੂੰ ਵੱਡੇ ਖਾਨਦਾਨ ਦੇ ਨਾਲ ਤੇਰਾ ਸੰਬੰਧ ਹੈ, ਪਰ ਨਾਮ ਇੱਕ ਖੋਖਲਾ ਸੀ। ਵੀ ਨਾਮ ਹੀ ਸੀ ਮਨ ਸੁਖ, ਪਰ ਮਨ ਦਾ ਸੁਖ ਤੈਨੂੰ ਪ੍ਰਾਪਤ ਨਹੀਂ ਸੀ ਹੋਇਆ।
पर हुण तू एक ऐसे जगह ते आ गया, हुण जो तेरा नाम है ये सच का रूप धार लवेगा, वाकिया ही तू सुखी हो जावेगा मन करके। हुण ओही जोत गुरु ग्रंथ साहब महाराज दे रूप च असीं सारे आउंदे हां, ते जे असीं ये प्रयास करिए ते असीं भी मन सुख वांगू वाकिया ही मन करके सुखी हो सकते हैं। ते जे अंदरों ये प्रयास होवे, जे ये अरदास होवे, जे गल्लां बातां रौला घचौलिया च पहलां जिंदगी लंघ गई, उसे जिंदगी नूं लिया के सतसंगत च बिठाता ते इत्थे भी गल्लां बातां ही करते रहे, ते भावें ये तां जिन्हां दी एकाग्रता जो प्रेम शरधा भावना दे नाल सुणदे सुणाउंदे आ, उन्हां वास्ते सचखंड बैकुंठ ते सतसंगत है। गल्लां बातां वालियां दे वास्ते तां ये ओही चीज़ है जिथे भी बैठ के वो गल्लां बातां निंदा चुगली करते हैं। उन्हां दे वास्ते तां कोई ऐसी जगह है ही नहीं ना, तां ही जगह का फायदा गुरु के चरनां दा उसनूं लाभ प्राप्त होवेगा जे गुरु के बचन सुनूंगा। गुरु के बचन सुनने वास्ते एकाग्रता चाहिदी आ, प्रयास चाहिदी है, अंदर भुख चाहिदी है, अंदर तड़फ चाहिदी है, समझण वास्ते बिरती की एकाग्रता चाहिदी है। फिर ऐसी अवस्था बन ही जाएगी बे अंतर सुनंग बाहर सुनंग त्रे भवन सुनम सुनंग, चौथा सुन जो नर जाणै ताको पाप न पुनंग। तिन्ना गुणां दे विच असीं जिउंदे हां। जदों सतसंगत कीती, गुरु दे बचन सुने, समझ की आई बे रजगुण तमगुण सतगुण कहिए एह तेरी सब माया। चौथे पद को जो नर चीने तिन ही परम पद पाया। कित्थों समझ लगी? गुरु दे शब्द चों, कथा विचार चों। हुण लड़ीवार जो धन श्री गुरु ग्रंथ साहब महाराज जी की रहमत सदका व्याख्या ते विचार परा आरंभ है। ये जो बचन आप जियां ने सरवण कीते, मुबारक रसना गुरु अमरदास महाराज जी दी, 1251 अंग गुरु ग्रंथ साहब महाराज जी का। हुण धन गुरु अमरदास महाराज जी ने खुद मखुद सेवा अते सिमरन करके गुरु अंगद दे महाराज दे चरनां चों ये अवस्था, ये बुद्धि, ये समझ, ये विचार प्राप्त कीती ते गुरु दा रूप हो गए। ये तो बड़ा तो कोई प्रमाण हो नहीं सकता। ते धन गुरु नानक महाराज दे चरनां तों आउण तों पहलां दा जीवन भाई लहणा जी दे जीवन नूं भी असीं जाणदे हां। ते गुरु अंगद दे महाराज जी दे चरनां च शिष ते सिख दी भावना नूं लैके जदों गुरु अमरदास महाराज जी पहुँचे, उन्हां दे पहले जीवन तो भी असीं जाणू है। सानू इतिहास दसदा भी धन गुरु अमरदास महाराज जी ये किरिया कर्म उपासना गंगा ते इशनान पानी करन वास्ते जांदे सन। पर जदों गुरु दे पास आ गए, गुरु अंगद दे महाराज जी की चरण छोह प्राप्त की, अरदास बेनती की, ते गुरु अंगद दे महाराज सतगुर सच्चे पातशाह जी ने नदरों नदर निहाल कर दिता, अपना ही रूप दे दिता। हुण ऐसे गरीब नवाज धन श्री गुरु अमरदास महाराज जी, श्लोक महला तीजा, अमर वे परवाहो है। क्योंकि कईयां दे मन च ख्याल आ जाता भी बार बार गुरबाणी इक्को सानू काम करन नूं कही जाती है, सच बोलो, धर्मी बनो, पर उपकार करो, लम्मे समय तो बाद मनुख जामा मिलिया, भगती बंदगी करके रब नूं मिल लो। कहंदे होर कोई गल ही नहीं। बे पता नहीं की स्वार्थ है, बे की लैना देना साडे कोलों। गुरु ग्रंथ साहब महाराज गुरु नानक महाराज परमात्मा ने इक्को गल नूं बार बार सानू समझाया जा रहा। जे साडे वर्गा कोई आप संगतां दे अगे हथ जोड़दा, बे गुरमुख प्यारिओ, ये बहुत बेकीमती सतसंगत दीआं घड़ियां गुरु दी किरपा रहमत दा सदका सानू प्राप्त होईयां। इहदा लाहा लै लो, क्योंकि असी संसार ते नाम जपण दा लाहा प्राप्त करन वास्ते आए हां।
ਇਹ ਹੋਰ ਕੋਈ ਜੀਵਨ ਦਾ ਲਾਹਾ ਨਹੀਂ, ਕੋਈ ਪ੍ਰਯੋਜਨ ਨਹੀਂ। ਪੜ੍ਹਦੇ ਰੋਜ਼ ਹੈ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤੇ ਕੇਵਲ ਸਤਸੰਗਤ ਦੀ ਨਿਸ਼ਾਨੀ ਇਹ ਹੈ, ਜਿੱਥੇ ਕੇਵਲ ਤੇ ਕੇਵਲ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਿੱਖ ਬੁੱਝ ਸਕਦਾ ਗੁੱਝਾ ਭੇਦ, ਗੁਰੂ ਨਾਨਕ ਮਹਾਰਾਜ ਜੀ ਬੁਝਾ ਦਿੰਦੇ ਆ, ਜੇ ਸਿੱਖ ਅਧਿਕਾਰੀ ਹੋਵੇ, ਸਿੱਖ ਸਮਝਣਾ ਚਾਹੁੰਦਾ ਹੋਵੇ। ਕਿਉਂਕਿ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੈ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਹੁਣ ਨਿਰਸੁਆਰਥ ਪਰਮਾਤਮਾ ਦੇ ਬਾਰੇ ਦੱਸਦੇ ਆ ਵੀ ਹੇ ਜੀਵ ਤੂੰ ਇਸ ਭੁਲੇਖੇ ਦੇ ਵਿੱਚ ਨਾ ਰਹਿ ਵੀ ਜਿਸ ਤਰ੍ਹਾਂ ਸੰਸਾਰ ਦੇ ਮਿੱਤਰ ਦੋਸਤ ਰਿਸ਼ਤੇਦਾਰ ਤੇਰੇ ਸਾਕ ਸੰਬੰਧੀ ਕੁਝ ਤੇਰੀ ਕਾਮਯਾਬੀ ਕੁਝ ਉਹਨਾਂ ਦਾ ਸਵਾਰਥ ਹੁੰਦਾ, ਉਹ ਬਾਰ-ਬਾਰ ਤੁਹਾਨੂੰ ਸਮਝਾ ਰਹੇ ਵੇ ਆਹ ਕੰਮ ਕਰੋ ਇਸ ਤਰ੍ਹਾਂ ਕਰੋ, ਕੁਝ ਉਹਨਾਂ ਦਾ ਵੀ ਫਾਇਦਾ ਹੁੰਦਾ। ਇੱਕੋ ਇੱਕ ਅਕਾਲ ਪੁਰਖ ਪਰਮਾਤਮਾ, ਉਸ ਪਰਮਾਤਮਾ ਨੂੰ ਜੀਵ ਦੇ ਪ੍ਰਤੀ ਕੋਈ ਸਵਾਰਥ ਨਹੀਂ, ਕੋਈ ਲਾਲਚ ਨਹੀਂ, ਕੋਈ ਵਾਸ਼ਨਾ ਕਾਮਨਾ ਨਹੀਂ, ਕੇਵਲ ਤੇ ਕੇਵਲ ਜੀਵ ਦੇ ਭਲੇ ਵਾਸਤੇ ਅਕਾਲ ਪੁਰਖ ਪਰਮਾਤਮਾ ਬਖਸ਼ਿਸ਼ ਕਰ ਰਿਹਾ ਵੀ ਅਮਰ ਬੇਪਰਵਾਹੋ ਹੈ। ਅਮਰ ਦਾ ਅਰਥ ਹੁੰਦਾ ਆਪਣੇ ਆਪ 'ਚ ਆਜ਼ਾਦ ਸੁਤੰਤਰ, ਸਹਿ ਭੰਗ ਸੁਤੇ ਸਿੱਧ ਪ੍ਰਕਾਸ਼, ਜੰਮਣ ਮਰਨ ਤੋਂ ਰਹਿਤ, ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਕੋਈ। ਅਮਰ ਪਹਿਲਾਂ ਤਾਂ ਅਕਾਲ ਪੁਰਖ ਪਰਮੇਸ਼ਰ ਅਜੂਨੀ ਹੈ, ਅਕਾਲ ਮੂਰਤ ਹੈ। ਫਿਰ ਬੇਪਰਵਾਹ ਹੈ, ਉਹ ਐਸਾ ਬੇਪਰਵਾਹ ਹੈ ਵੀ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਬੇ ਕੋਈ ਇਹ ਕਹੇ ਵੀ ਰੱਬ ਨੂੰ ਪਤਾ ਨਹੀਂ ਕੀ ਜ਼ਰੂਰਤ ਹੈ, ਬਾਰ-ਬਾਰ ਸੰਗਤ ਕਰੋ, ਸਿਮਰਨ ਕਰੋ, ਗੁਰਬਾਣੀ ਪੜ੍ਹੋ, ਕੀਰਤਨ ਦੇ ਨਾਲ ਜੁੜੋ, ਨਾਮ ਜਪੋ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਬੇਪਰਵਾਹ ਹੈ, ਉਸ ਨੂੰ ਕਿਸੇ ਦੀ ਜ਼ਰੂਰਤ ਨਹੀਂ, ਉਹ ਆਪਣੇ ਆਸਰੇ ਹੈ ਖੁਦ ਮਖੁਦ। ਤਿਸ ਨਾਲ ਸਿਆਣਪ ਨਾ ਚੱਲਈ, ਕਹਿੰਦੇ ਐਸੇ ਅਕਾਲ ਪੁਰਖ ਜਾਣੀ ਜਾਣ ਸਰਬ ਸ਼ਕਤੀ ਦੇ ਅੱਗੇ ਹੈ ਜੀਵ ਤੇਰੀ ਕੋਈ ਵੀ ਸਿਆਣਪ ਕੰਮ ਨਹੀਂ ਕਰ ਸਕਦੀ। ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਨਾ ਹੁਜਤ ਕਰਨੀ ਜਾਏ। ਹੁਜਤ ਦਾ ਮਤਲਬ ਚਲਾਕੀ, ਹੇਰਾ ਫੇਰੀ, ਕੁਝ ਬਹਿਰੂਪੀਏ ਬਣ ਕੇ, ਭੇਖ ਧਾਰ ਕੇ, ਕਿਸੇ ਵੀ ਪ੍ਰਕਾਰ ਦਾ ਧੋਖਾ ਪਰਮਾਤਮਾ ਪਰਮੇਸ਼ਰ ਦੇ ਅੱਗੇ ਤੇਰੀ ਚਲਾਕੀ ਨਹੀਂ ਚੱਲ ਸਕਦੀ। ਮਹਾਰਾਜ ਫੇਰ ਕਿਵੇਂ ਸਾਡਾ ਭਲਾ ਹੋਵੇਗਾ? ਕਹਿੰਦੇ ਆਪ ਛੋੜ ਸਰਨਾਏ ਪਵੈ। ਆਪਣੇ ਆਪ ਨੂੰ ਸਮਝੋ ਤੇ ਤੁਸੀਂ ਸਮਝੋਗੇ ਬੇ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਹਮ ਹੋਤੇ ਤਬ ਤੂੰ ਨਾਹੀ, ਮਮਤਾ ਹੰਗਤਾ ਆਪਣਤ ਨੂੰ ਛੱਡੋ ਤੇ ਸਤਿਗੁਰਾਂ ਦੀ ਸ਼ਰਨ 'ਚ ਪੈ ਜਾਓ। ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਆਪ ਛੋੜ ਸਰਨਾਏ ਪਵੈ, ਮਨ ਲਏ ਰਜਾਏ। ਕਹਿੰਦੇ ਵੀ ਜੋ ਗੁਰੂ ਦੀ ਸਿੱਖਿਆ ਹੈ, ਗੁਰੂ ਦਾ ਉਪਦੇਸ਼ ਹੈ, ਉਸ ਨੂੰ ਗ੍ਰਹਿਣ ਕਰੋ। ਪ੍ਰਭੂ ਦੀ ਰਜਾ ਦੇ ਵਿੱਚ ਰਹਿਣਾ ਸਿੱਖੋ। ਗੁਰਮੁਖ ਜਮ ਡੰਟ ਨਾ ਲੱਗਈ, ਹਉਮੈ ਵਿੱਚ ਹੋ ਜਾਏ। ਜਦੋਂ ਹਿਰਦੇ ਦੇ ਵਿੱਚੋਂ ਹਉਮੈ ਹੰਕਾਰ ਦਾ ਖਾਤਮਾ ਹੋ ਜਾਵੇਗਾ, ਫਿਰ ਉਹ ਨਾਮ ਜਪਣ ਵਾਲੇ ਗੁਰਸਿੱਖ ਪ੍ਰੇਮੀ ਭਗਤ ਜਨਾਂ ਨੂੰ ਤੇ ਸੱਚੇ ਗੁਰੂ ਦੀ ਮਖਾਰ ਬਿੰਦ ਤੋਂ ਬਾਣੀ ਤੇ ਉਪਦੇਸ਼ ਨੂੰ ਜੋ ਕਮਾਵੇਗਾ, ਉਹਨੂੰ ਫਿਰ ਜਮਾਂ ਦੀ ਮਾਰ ਨਹੀਂ ਖਾਣੀ ਪਵੇਗੀ। ਉਹ ਜੰਮਣ ਮਰਨ ਤੋਂ ਬਚ ਜਾਵੇਗਾ, ਕਿਉਂਕਿ ਹੰਕਾਰ ਹਉਮੈ ਮੈਂ ਕਰਕੇ ਜਨਮ ਤੇ ਮੌਤ ਹੈ।
नरक ते जमां दी मार है। जदों मैं मेरी हउमैं खत्म हो गई ते अकाल पुरख परमात्मा की बख्शिश हो जाती है। नानक सेवक सोई आखी है। हुण इत्थे दस्सिया भी असल दे विच ओही सेवक है, ओही सिख है, ओही गुरमुख है जे सच रहै लिव लाए, जिस दा ध्यान जिस दी विरती हर वक्त अकाल पुरख परमात्मा परमेश्वर दे चरनां नाल जुड़ी रहे। हुण सवाल ते गल्लां बातां करन वाले कहंदे जे बस सिमरने करी जाइए फिर काम ते होर किरिया कर्म किवें होना। उन्हां नूं ये नहीं पता भी जिहड़ा शरीर काम करदा और जिसने सिमरन करना वो बिरती कुछ नहीं करती। हाथ पाओ कर काम सब चीत निरंजन नाल किते चित्त नूं ध्यान नाल बिरती नूं देखिओ बे काम तुसीं शरीर नाल कर रहे हैं, ध्यान तुहाडा पता नहीं कित्थे, चित्त बिरती पता नहीं कित्थे। हुण भी कथा कीर्तन दा प्रवाह सतसंगत दे विच आपां बैठे हाँ, किते कि ना किते ये ऐसी अडारी बिरती मारदी पता नहीं किन्ने मील पैंडा तय कर जाती, पता नहीं किधर तुरी फिरदी आ। मुड़ के फिर आउंदा वे तूं गुरु दे चरनां 'च बैठा कथा हो रही है। ये सारियां दे नाल इस तरह वापरदा है। धन श्री गुरु अमरदास महाराज जी कृपा करदे कि नानक सेवक सोई आखी है जे सच रहै लिव लाए। महला तीजा। दात जोत सब सूरत तेरी। जोत शरीर दे विच जो रखी है परमात्मा ने, सूरत जो ये बॉडी है, जो ये शरीर है, दात किस दी है? परमात्मा दी। यह जीवन दा दाता कौन है? कौन जीवन दिंदा है? इस जीवन नूं अकाल पुरख परमात्मा। कहंदे बहुत सियाणप हउमैं मेरी। ਇਹਦੀ ਸਿਆਣਪ ਦੇਖੋ, ਇਹਦੀ ਚਲਾਕੀ ਦੇਖੋ, ਇਹ ਸਭ ਕੁਝ ਪਰਮਾਤਮਾ ਦਾ ਹੈ ਤੇ ਇਸ ਨੇ ਆਪਣਾ ਬਣਾ ਲਿਆ। ਭਾਵੇਂ ਥੋੜੇ ਸਮੇਂ ਬਾਅਦ ਤੇ, ਪਰ ਇਹਨੇ ਸਮਝ ਤਾਂ ਪੱਕੇ ਤੌਰ ਤੇ ਲਿਆ ਨਾ ਵੀ ਮੇਰਾ ਹੀ ਸਭ ਕੁਝ ਹੈ। ਤੇ ਇਹ ਤਾਂ ਵੱਖਰੀ ਗੱਲ ਹੈ ਨਾ ਵੀ ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪਕਾਰ ਆਦ ਖਰੀ ਕੋਹੂ ਨਾ ਰਾਖੈ, ਘਰ ਤੇ ਦੇਤ नकार। घर की नार बहुत हित जास्यों, सदा रहत संग लागी, जावी हंस तजी ए काया, प्रेत प्रेत कर भागी। पर इहदी जिहड़ी चलाकी, इस जीव की जिहड़ी सियाणप है, ये बस मेरी मेरी दी माला फेरदा बे मेरा ही सब कुछ है। बहु कर्म कमावै लोभ मोह व्यापे, हौ मैं कदे ना चुकै फेरी। जिहड़ा हंकार दे विच जी रिहा, बहुत कर्म कर रहा संसार की प्राप्ति वास्ते, ते मोह ते लोभ दे विच फस करके सब कुछ इकत्तर ते मैं मेरी दी माला जप रहा। गुरु अमरदास महाराज कहते जम्मन मरण दा चक्कर उहदे सिर चों कदे भी खत्म नहीं होवेगा। उहनूं सारियां जूनां दे विच भटकना पवेगा। नानक आप कराए करता, जो तिस भावै साई गल चंगेरी। कहते जेड़ा गुरु दा सिख सरोता बकता ये समझ लवेगा बे करन करावण अकाल पुरख परमात्मा परमेश्वर है, जीव दे हथ वस कुछ नहीं। वो यही गल आखदा कि जो तुध भावै साई भली कार, तू सदा सलामत निरंकार। इको एक अकाल पुरख परमात्मा परमेश्वर है, स्थिर जो अविनाशी करता है। नहीं तो ये जीव मर मर के जमदा, जम जम के फिर इसकी मौत होंदी है। इस तरह 84 लाख जूनां दा चक्कर इस जीव दे सिर ते बनिया ही रहिंदा। जदों जन्म होया जिस भी जून दे विच फिर मौत खड़ी है। ਜਿਹੜੀ मौत जदों हो गई जिस जून च, मुड़ के उहदे कर्मां दे अनुसार वासना दे अनुसार मुड़ के फिर मौत खड़ी है। ये तां जुगा जगंतरां तो करोड़ां लखां जन्मां तो ये जीव दा इसे तरह चल रहा है। नानक आप कराए करता। हकीकत ये है कि अकाल पुरख परमात्मा ने अपनी रजा मौज दे विच सृष्टि की रचना की। सारी सृष्टि का बगैर भेद भाव तो
ਸਾਰੀ ਸ੍ਰਿਸ਼ਟੀ ਦਾ ਅੰਨਦਾਤਾ, ਸਵਾਸਾਂ ਦਾ ਦਾਤਾ, ਜੀਵਨ ਦਾ ਦਾਤਾ, ਹਰ ਜੀਵ ਦਾ ਆਸਰਾ ਬਣ ਕੇ ਹਰ ਇੱਕ ਨੂੰ ਰੋਜੀ ਦੇ ਰਿਹਾ ਤੇ ਆਪਣੇ ਹੁਕਮ ਦੇ ਵਿੱਚ ਸ੍ਰਿਸ਼ਟੀ ਦੀ ਲੈਤਾ ਕਰ ਰਿਹਾ, ਭਾਵ ਜੀਵ ਨੂੰ ਮੌਤ ਦੇ ਰਿਹਾ। ਇਹ ਤਾਂ ਹੈ ਅਟਲ ਸਚਾਈ। ਪਰ ਮਨੁੱਖ ਪਰਮਾਤਮਾ ਨੂੰ ਭੁੱਲ ਕੇ ਆਪੇ ਕਰਤਾ ਬਣ ਜਾਂਦਾ ਵੀ ਸਭ ਕੁਝ ਮੇਰੇ ਹੱਥ ਹੈ। ਜੇ ਤਾਂ ਪਰਮਾਤਮਾ ਦੀ ਹੱਥ ਡੋਰੀ ਇਸ ਨੇ ਸਮਝ ਲਈ ਉਹ ਤਾਂ ਗੱਲ ਚੰਗੀ ਹੈ, ਫਿਰ ਜੀਵ ਫਰੀ ਹੋ ਜਾਵੇਗਾ। ਸਿਮਰਨ ਸਾਧਨਾ ਭਗਤੀ ਬੰਦਗੀ ਕਰਕੇ ਸਭ ਕੁਝ ਪਰਮਾਤਮਾ ਦਾ ਸਮਝ ਲਵੇਗਾ ਤੇ ਇਸ ਦਾ ਪਾਰ ਉਤਾਰਾ ਹੋ ਜਾਵੇਗਾ। ਪੌੜੀ ਮਹੱਲਾ ਪੰਜਵਾ। ਇਸ ਕਰਕੇ ਪਹਿਲੀਆਂ ਜੋ ਪੌੜੀਆਂ ਉਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਆਚਾਰੀਆਂ ਹੋਈਆਂ ਸਨ। ਇਹ ਸਾਰੰਗ ਰਾਗ ਦੀ ਵਾਰ ਦੇ ਵਿੱਚ ਇਹ ਜਿਹੜੀ ਪੌੜੀ ਆ, ਇਹਨਾਂ ਦੋਹਾਂ ਸ਼ਲੋਕਾਂ ਤੋਂ ਬਾਅਦ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਆਚਾਰੀ ਹੋਈ ਹੋਣ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪੌੜੀ ਦੇ ਅੱਗੇ ਮਹੱਲਾ ਪੰਜਵਾਂ ਲਿਖਵਾ ਦੇਣਾ ਕੀਤਾ ਭਾਈ ਗੁਰਦਾਸ ਸਾਹਿਬ ਜੀ ਤੋਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ। ਸੱਚ ਖਾਣਾ, ਸੱਚ ਪਹਿਨਣਾ, ਸੱਚ ਨਾਮ ਆਧਾਰ। ਕਹਿੰਦੇ ਜੋ ਸੇਵਾ ਸਿਮਰਨ ਸਤ ਸੰਗਤ ਕਰਦੇ, ਭਗਤੀ ਬੰਦਗੀ ਗੁਰਬਾਣੀ ਨੂੰ ਪੜ੍ਹਦੇ ਵਿਚਾਰਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੀ ਜੀਵ ਦਾ ਅੰਨਦਾਤਾ ਹੈ। ਪਰਮਾਤਮਾ ਨੇ ਹੀ ਸਾਰਿਆਂ ਜੀਵਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਸੱਚ ਖਾਣਾ, ਸੱਚ ਪਹਿਨਣਾ, ਸੱਚ ਨਾਮ ਆਧਾਰ। ਕਿਹਨਾਂ ਦੀ ਖੁਰਾਕ ਪਰਮਾਤਮਾ ਦਾ ਨਾਮ ਹੈ, ਕਿਹਨਾਂ ਦਾ ਪਹਿਨਣਾ ਪਰਮਾਤਮਾ ਦੀ ਖੁਰਾਕ ਹੈ, ਕਿਹਨਾਂ ਦਾ ਆਸਰਾ ਪਰਮਾਤਮਾ ਪਰਮੇਸ਼ਰ ਦਾ ਨਾਮ ਹੈ, ਭਗਤ ਜਨਾਂ ਦਾ, ਗੁਰਮੁਖਾਂ ਦਾ, ਨਾਮ ਜਪਣ ਵਾਲੀਆਂ ਰੂਹਾਂ ਦਾ। ਗੁਰ ਪੂਰੈ ਮਿਲਾਇਆ ਪ੍ਰਭ ਦੇਵਨਹਾਰ। ਕਹਿੰਦੇ ਐਸੀ ਅਵਸਥਾ ਤੇ ਪਰਮਾਤਮਾ ਕਿਸ ਦੀ ਕਿਰਪਾ ਦੇ ਨਾਲ ਐਸੇ ਭਗਤ ਬ੍ਰਹਮ ਗਿਆਨੀ ਤਤ ਬੇਤਿਆਂ ਸੰਤਾਂ ਭਗਤਾਂ ਨੂੰ ਮਿਲਿਆ। ਇਹ ਪੂਰੇ ਗੁਰੂ ਦੀ ਕਿਰਪਾ ਰਹਿਮਤ ਦਾ ਸਦਕਾ, ਇਹ ਪਰਮੇਸ਼ਰ ਨੇ ਕਿਰਪਾ ਕੀਤੀ, ਪੂਰੇ ਗੁਰੂ ਦਾ ਮਿਲਾਪ ਕਰਵਾ ਦਿੱਤਾ। ਜਿਨ੍ਹਾਂ ਨੂੰ ਐਸੀ ਅਵਸਥਾ ਪ੍ਰਾਪਤ ਹੋ ਗਈ, ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ, ਉਹ ਬਹੁਤ ਵੱਡੇ ਭਾਗਾਂ ਵਾਲੇ ਬਣ ਗਏ। ਉਹ ਸੁੱਤੇ ਹੋਏ ਅਵਿਦਿਆ ਤੇ ਅਗਿਆਨਤਾ ਦੀ ਨੀਂਦ 'ਚ ਉਹਨਾਂ ਦੀ ਅੱਖ ਖੁੱਲ੍ਹ ਗਈ ਜਦੋਂ ਰਸਨਾ ਤੋਂ ਉਹਨਾਂ ਨੇ ਜਪਣਾ ਕੀਤਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਦੋਂ ਨਿਰੰਕਾਰ ਦੀ ਯਾਦ ਉਹਨਾਂ ਦੇ ਹਿਰਦਿਆਂ 'ਚ ਬਣਨੀ ਕੀਤੀ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ, ਪੂਰੇ ਗੁਰੂ ਦੀ ਚਰਨ ਛੋਹ ਪ੍ਰਾਪਤ ਕਰਕੇ, ਪੂਰੇ ਗੁਰੂ ਦੇ ਚਰਨਾਂ 'ਚ ਸਤ ਸੰਗਤ ਦੇ ਵਿੱਚ ਬੈਠ ਕਰਕੇ ਨਾ ਤਰਿਆ ਜਾਣ ਵਾਲਾ ਜਿਹੜਾ ਭਾਵ ਸਾਗਰ ਸੰਸਾਰ ਹੈ, ਉਹਨਾਂ ਨੇ ਸਹਿਜੇ ਹੀ ਤਰ ਲਿਆ। ਕਿਉਂਕਿ ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਨਾਨਕ ਸਿਵਤ ਸਲਾਹਾ ਕਰ ਪ੍ਰਭ ਕਾ ਜੈਕਾਰ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਮੁਖ ਪਿਆਰਿਓ ਕਿਰਪਾ ਕਰਦੇ ਵੇ ਜੋ ਵੀ ਸਿਵਤ ਸਲਾਹ ਪਰਮਾਤਮਾ ਦੀ ਕਰਦਾ, ਪਰਮਾਤਮਾ ਪਰਮੇਸ਼ਰ ਦੀ ਮਹਿਮਾ ਕਰਦਾ, ਬਾਣੀ ਬਾਣੇ ਨਾਲ ਜੁੜਦਾ, ਪਰਮਾਤਮਾ ਦਾ ਡਰ ਭੈ ਹਿਰਦੇ ਦੇ ਵਿੱਚ ਰੱਖਦਾ, ਕਹਿੰਦੇ ਪ੍ਰਭੂ ਪਰਮਾਤਮਾ ਉਹਦੀ ਜੈ ਜੈਕਾਰ ਸੰਸਾਰ ਤੇ ਕਰਾਉਂਦਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਪੂਰਾ ਹੀ ਜਹਾਨ। ਬੱਚਾ ਬੱਚਾ ਨਾਮ ਸਿਮਰਨ ਭਜਨ ਬੰਦਗੀ ਕਰਨ ਵਾਲਿਆਂ ਦੀ ਸਿਫਤ ਸਲਾਹ ਕਰਦਾ। ਸੋ ਹੋਈਆਂ ਗਲਤੀਆਂ ਦੀ ਖਿਮਾ। ਅਗਲਾ ਜੋ ਪ੍ਰੋਗਰਾਮ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਕਰਕੇ ਸਰਵਣ ਲਾਹੇ ਪ੍ਰਾਪਤ ਕਰੀਏ ਜੀ। ਸਾਧੂ ਸੰਗਤ ਲੱਗਿਆ ਤਰਿਆ ਸੰਸਾਰ, ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਇਹ ਸਿਫਤ ਸਲਾਹ ਪਰਮਾਤਮਾ ਦੀ ਮਨ ਚਿਤ ਵਿਰਤੀ ਕਰਕੇ ਸੁਣ ਲੈ ਤੇ ਜੈ ਜੈਕਾਰ ਹੋ ਜਾਵੇਗੀ।
ਇਹ ਲੋਕ ਪਰਲੋਕ ਸਵਾਰਿਆ ਜਾਵੇਗਾ। ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਬੁਲਾਈਏ ਫਤਿਹ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।